ਵਾਹਿਗੁਰੂ ਸਾਹਿਬ ਜੀ। ਨਾਨਕ ਨਾਮ ਨਿਰੰਜਨ ਗਾਈਐ, ਪਾਈਐ ਸਰਬ ਨਿਦਾਨਾ। ਕਰ ਕਿਰਪਾ ਜਿਸ ਦੇ ਸੁਭਾਮੀ, ਬਿਰਲੇ ਕਾਹੂ ਜਾਨਾ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹਿ ਸੇਵਕ ਜਨ ਮਾਨੈ, ਪਦ ਤਖ ਗੁਰੂ ਨਿਸਤਾਰੇ। ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੈ ਸੋ ਜੀਵੈ। ਜਿਸਨੋ ਕਰਮ ਪ੍ਰਾਪਤ ਹੋਵੈ, ਸੋ ਜਨ ਨਿਰਮਲ ਥੀਵੈ। ਪਰਮ ਸਤਿਕਾਰਯੋਗ ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ। ਸਤਿਗੁਰੂ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਦੇ ਸਦਕਾ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੋ ਕੇ ਸ਼ਰਧਾ ਭਾਵਨਾ ਦੇ ਨਾਲ ਆਪ ਜੀ ਰੋਜ਼ਾਨਾ ਸੰਗਤ ਰੂਪ ਵਿੱਚ ਜੁੜ ਕੇ ਵਾਹਿਗੁਰੂ ਪਰਮਾਤਮਾ ਦੇ ਸਿਫਤਾਂ ਦੇ ਗੀਤ ਗਾਉਂਦੇ ਹੋ। ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਜਿੱਥੇ ਆਪ ਜੀ ਨੇ ਰੱਬੀ ਬਾਣੀ ਦਾ ਕੀਰਤਨ ਸ਼ਰਵਣ ਕੀਤਾ ਹੈ, ਕੁਝ ਸਮਾਂ ਵਿਚਾਰਾਂ ਦੀ ਸਾਂਝ ਆਪ ਜੀ ਦੇ ਨਾਲ ਕਰਨੀ ਹੈ। ਵਿਚਾਰਾਂ ਕਰਨ ਤੋਂ ਪਹਿਲਾਂ ਗੁਰੂ ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸੰਸਾਰ ਦੇ ਉੱਤੇ ਜੋ ਧਰਮ ਹੈ, ਇਹਦਾ ਸੰਬੰਧ ਜਿੱਥੇ ਸਾਡੇ ਤਨ ਦੇ ਨਾਲ ਹੈ। ਕੁਝ ਨਿਸ਼ਾਨੀਆਂ ਹਰੇਕ ਧਰਮ ਦੀਆਂ ਹੁੰਦੀਆਂ ਨੇ। ਉਹਨਾਂ ਨਿਸ਼ਾਨੀਆਂ ਨੂੰ ਜਦੋਂ ਆਪਾਂ ਧਾਰਨ ਕਰਦੇ ਹਾਂ ਤੇ ਸਰੀਰਿਕ ਤੌਰ ਤੇ ਆਪਾਂ ਕਹਿ ਸਕਦੇ ਹਾਂ ਇਹ ਵਿਅਕਤੀ ਧਰਮੀ ਹੈ। ਜਿਵੇਂ ਆਪਾਂ ਸਿੱਖੀ ਦੀ ਗੱਲ ਕਰੀਏ, ਗੁਰਸਿੱਖੀ ਜੀਵਨ ਦੀ, ਤੇ ਜਿਨ੍ਹੇ 5 ਕਕਾਰ ਧਾਰਨ ਕੀਤੇ ਹੋਣ, 5 ਪਿਆਰਿਆਂ ਦੇ ਪਾਸੋਂ ਅੰਮ੍ਰਿਤ ਛਕਿਆ ਹੋਵੇ, ਕੇਸ ਰੱਖੇ ਹੋਣ, ਆਪਾਂ ਕਹਾਂਗੇ ਬਾਹਰੀ ਤੌਰ ਤੇ ਬਹਿਰੂਨੀ ਤੌਰ ਤੇ ਇਹ ਧਰਮੀ ਹੈ, ਇਹ ਗੁਰੂ ਨਾਨਕ ਦਾ ਸਿੱਖ ਹੈ। ਪਰ ਦੂਜੇ ਪਾਸੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਵੀ ਬਾਣੀ ਦੇ ਅੰਦਰ ਸਮਝਾਉਂਦੇ ਨੇ ਕਿ ਜਿਹੜਾ ਅਸਲੀ ਧਰਮ ਹੈ ਉਹ ਤੇਰੇ ਮਨ ਦੀ ਅਵਸਥਾ ਉੱਤੇ ਨਿਰਭਰ ਕਰਦਾ ਹੈ। ਧਰਮ ਜਿਹੜਾ ਹੈ, ਇਹਦਾ ਗਿਆਨ, ਧਰਮ ਦੀ ਭਗਤੀ, ਇਹ ਸਭ ਕੁਝ ਇੱਥੋਂ ਤੱਕ ਆਪਾਂ ਸੰਗਤ ਰੂਪ ਵਿੱਚ ਜੁੜੇ ਹਾਂ, ਇਹ ਕਾਹਦੇ ਵਾਸਤੇ ਹੈ? ਸਾਡੇ ਮਨ ਲਈ। ਤੇ ਕਦੀ ਗੁਰੂ ਪਿਆਰਿਓ ਬਾਣੀ ਵਿੱਚੋਂ ਪੜ੍ਹ ਕੇ ਵੇਖੋ, ਸਤਿਗੁਰੂ ਮਹਾਰਾਜ ਨੇ ਸੰਬੋਧਨ ਕਰ ਕਰਕੇ ਇਸ ਮਨ ਨੂੰ ਸਮਝਾਇਆ। ਤੇ ਜੇਕਰ ਸਾਡੇ ਮਨ ਦੇ ਅੰਦਰ ਪਰਮਾਤਮਾ ਦਾ ਭਉ ਨਹੀਂ, ਪਰਮਾਤਮਾ ਦਾ ਗਿਆਨ ਨਹੀਂ, ਪਰਮਾਤਮਾ ਦੀ ਭਗਤੀ ਨਹੀਂ, ਤੇ ਭਾਵੇਂ ਸਰੀਰ ਕਰਕੇ ਕੋਈ ਕਿੰਨਾ ਵੀ ਧਰਮੀ ਲੱਗੇ,
ਤੇ ਗੁਰੂ ਸਾਹਿਬ ਨੇ ਸਪਸ਼ਟ ਕਹਿ ਦਿੱਤਾ, ਇਹੋ ਜਿਹਾ ਵਿਅਕਤੀ ਪਰਮਾਤਮਾ ਤੋਂ ਵਿਛੜਿਆ ਜੇ ਮਨ ਕਰਕੇ ਨਹੀਂ ਨਾ ਜੁੜੇ, ਤੇ ਇਹਦਾ ਭਾਵ ਹੈ ਅਜੇ ਧਰਮ ਦੇ ਰਸਤੇ ਉੱਤੇ ਚੱਲਦਿਆਂ ਹੋਇਆਂ ਵੀ ਤੂੰ ਪਰਮਾਤਮਾ ਤੋਂ ਦੂਰ ਹੈ। ਤੇ ਵੇਖੋ ਮਹਾਰਾਜ ਨੇ ਮਨ ਨੂੰ ਸੰਬੋਧਨ ਕੀਤਾ। ਬਾਣੀ ਦੇ ਵਿੱਚੋਂ ਆਪਾਂ ਇਹੋ ਜਿਹੇ ਬੇਅੰਤ ਸ਼ਬਦ ਪੜ੍ਹਦੇ ਹਾਂ, ਜਿਵੇਂ ਆਪਾਂ ਪੜ੍ਹਦੇ ਹਾਂ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਜਾਂ ਆਪਾਂ ਇਹ ਪੜ੍ਹਦੇ ਹਾਂ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਇਹ ਸਾਰੀਆਂ ਜਦੋਂ ਆਪਾਂ ਵਿਚਾਰਾਂ ਪੜ੍ਹਦੇ ਹਾਂ ਤੇ ਇਹਦਾ ਭਾਵ ਇਹ ਹੈ ਕਿ ਜਿਹੜਾ ਧਰਮ ਹੈ ਉਹਦਾ ਸਿੱਧੇ ਤੌਰ ਤੇ ਜਿਹੜਾ ਸੰਬੰਧ ਹੈ ਉਹ ਕੇਵਲ ਤੇਰੇ ਮਨ ਦੇ ਨਾਲ ਹੀ ਪਿਆਰਿਆ। ਮਨ ਨੂੰ ਸਾਧਨਾ ਸੀ, ਮਨ ਨੂੰ ਜੋਤ ਸਰੂਪ ਕਰਨਾ ਸੀ, ਪਰਮਾਤਮਾ ਦਾ ਨੂਰ ਬਣਾਉਣਾ ਸੀ, ਪਰ ਮਨੁੱਖ ਜਿਹੜਾ ਉਹ ਕੇਵਲ ਬਹਿਰੂਨੀ ਤੌਰ ਤੇ ਜੁੜਿਆ। ਬਾਹਰੀ ਤੌਰ ਤੇ ਆਪਾਂ ਧਰਮ ਦੀਆਂ ਨਿਸ਼ਾਨੀਆਂ ਵੀ ਧਾਰਨ ਕਰੀ ਬੈਠੇ ਹਾਂ, ਪਰ ਜੇਕਰ ਆਪਣੇ ਮਨ ਵਿੱਚ ਝਾਤੀ ਮਾਰੀਏ, ਮਨ ਕਰਕੇ ਆਪਾਂ ਪਰਮਾਤਮਾ ਤੋਂ ਕਿੰਨਾ ਦੂਰ ਹਾਂ ਇਹ ਤੇ ਅਸੀਂ ਆਪ ਜਾਣਦੇ ਹਾਂ, ਕਿਸੇ ਦੇ ਦੱਸਣ ਦੀ ਜ਼ਰੂਰਤ ਨਹੀਂ। ਸੋ ਇਸ ਕਰਕੇ ਵੇਖੋ ਕਬੀਰ ਸਾਹਿਬ ਜੀ ਦੀ ਪਾਵਨ ਤੁਕ ਆਉਂਦੀ ਹੈ, ਉਹ ਕਹਿੰਦੇ ਹਨ, ਮਨ ਸਮਝਾਵਨ ਕਾਰਨੇ ਕਛੁਅਕ ਪੜ੍ਹੀਐ ਗਿਆਨ। ਇਹ ਸਾਡਾ ਧਰਮ ਸੰਗਤ ਰੱਬ ਦਾ ਕੀਰਤਨ ਕਥਾ ਕਾਦੇ ਵਾਸਤੇ? ਮਨ ਦੀ ਸਾਧਨਾ ਵਾਸਤੇ, ਇਹਨੂੰ ਸਿੱਧੇ ਪਾਸੇ ਲਾਉਣ ਵਾਸਤੇ ਹੈ। ਸੋ ਇਸ ਕਰਕੇ ਗੁਰੂ ਕਿਰਪਾ ਕਰੇ ਇਹਦਾ ਪ੍ਰਭਾਵ ਸੰਗਤ ਦਾ ਸਾਡੇ ਮਨ ਉੱਤੇ ਪਏ, ਮਨ ਕਰਕੇ ਤਬਦੀਲ ਹੋਈਏ, ਮਨ ਕਰਕੇ ਪਰਮਾਤਮਾ ਦੇ ਚਰਨਾਂ ਵਿੱਚ ਜੁੜੀਏ। ਤੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਫਰਮਾਨ ਹੈ। ਮਹਾਰਾਜ ਕਹਿੰਦੇ ਨੇ ਕਿ ਜਿਹੜਾ ਅੰਤਰ ਆਤਮੇ ਪਰਮਾਤਮਾ ਨਾਲ ਮਿਲਿਆ ਹੈ ਉਹਨੂੰ ਆਪਾਂ ਕਹਾਂਗੇ ਵੀ ਇਹ ਮਿਲਿਆ। ਅੰਤਰ ਆਤਮੈ ਜੋ ਮਿਲਿਆ ਕਹੀਐ ਸੋਈ। ਬਿਲਕੁਲ ਸਪਸ਼ਟ ਤੌਰ ਤੇ ਕਹਿ ਦਿੱਤਾ ਵੀ ਜੋ ਆਪਨੇ ਮਨ ਕਰਕੇ ਜੁੜਿਆ ਪਰਮਾਤਮਾ ਤੇਰੇ ਚਰਨਾਂ ਦੀ ਪ੍ਰੀਤ ਕਰਦਾ, ਤੈਨੂੰ ਸਿਮਰਦਾ, ਅੰਤਰ ਆਤਮੇ ਜਿਹੜਾ ਜੁੜਿਆ ਹੋਵੇ ਉਹਨੂੰ ਆਪਾਂ ਕਹਾਂਗੇ ਵੀ ਇਹ ਪਰਮਾਤਮਾ ਨਾਲ ਮਿਲਿਆ ਹੋਇਆ। ਜੇਕਰ ਆਪਾਂ ਬਾਹਰੀ ਤੌਰ ਤੇ ਗੱਲ ਕਰੀਏ ਤੇ ਉਹਦੇ ਬਾਰੇ ਮਹਾਰਾਜ ਕਹਿੰਦੇ ਨੇ, ਰਹਿਤ ਅਵਰ ਕਜ ਅਵਰ ਕਮਾਵਤ ਮਾਨੀ ਪ੍ਰੀਤ ਮੁਖੋ ਗੰਡਲਾਵਤ। ਇਹੋ ਜੀ ਜਿਹੜੀ ਦੁਚਿੱਤੀ ਹੈ ਉਹ ਸਤਿਗੁਰੂ ਜੀ ਨੇ ਪ੍ਰਵਾਨ ਨਹੀਂ ਕੀਤੀ। ਸੋ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸਾਰਾ ਧਰਮ ਮਨ ਦੇ ਸੰਬੰਧੀ ਹੈ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਨ ਕਰਦੇ ਨੇ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਕਿ ਹੇ ਭਾਈ ਤੂੰ ਇਹ ਜੋਤ ਸਰੂਪ ਹੈ ਤੇਰਾ ਮਨ। ਇਹਨੂੰ ਕੇਵਲ ਆਪਾਂ ਨੈਗੇਟਿਵ ਤੌਰ ਤੇ ਜਾਣਿਆ, ਇਹਦੇ ਬਾਰੇ ਕੇਵਲ ਆਪਾਂ ਇਹ ਜਾਣਿਆ ਵੀ ਇਹ ਭਟਕਦਾ ਹੈ, ਵਿਸ਼ੇ ਵਿਕਾਰਾਂ ਵਿੱਚ ਰਹਿੰਦਾ ਹੈ, ਇਹ ਜੁੜਦਾ ਨਹੀਂ, ਇਹ ਸੰਸਾਰ ਦੀ ਭਟਕਣਾ ਵਿੱਚ ਪਿਆ ਰਹਿੰਦਾ ਹੈ। ਇਹ ਮਨ ਦਾ ਦੂਜਾ ਪਾਸਾ ਹੈ। ਜਿਵੇਂ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਨਾ, ਉਸੇ ਤਰ੍ਹਾਂ ਗੁਰੂ ਪਿਆਰਿਓ ਮਨ ਤੇ ਵੀ ਦੋ ਪਹਿਲੂ ਨੇ। ਇੱਕ ਉਹ ਮਨ ਦਾ ਹਿੱਸਾ ਜਿਹੜਾ ਸੰਸਾਰ ਦੇ ਵਿੱਚ ਪ੍ਰਵਿਰਤ ਹੈ, ਤੇ ਦੂਜੇ ਪਾਸੇ ਮਨ ਦਾ ਉਹ ਹਿੱਸਾ ਜਿਹੜਾ ਗੁਰੂ ਦੀ ਸੰਗਤ ਵਿੱਚ ਆ ਕੇ ਪਰਮੇਸ਼ਰ ਨਾਲ ਜੁੜਿਆ ਹੁੰਦਾ ਹੈ। ਮਨੁੱਖ ਜਿਹੜਾ ਹੈ ਇਹ ਕੇਵਲ ਨੈਗੇਟਿਵ ਪਾਸੇ ਚੱਲ ਰਿਹਾ ਹੈ, ਮਨ ਨੂੰ ਇਹ ਬਹੁਤ ਤਾਕਤਵਰ ਸਮਝਦਾ ਹੈ। ਤੇ ਅਸੀਂ ਇਹ ਵੀ ਕਹਿੰਦੇ ਹਾਂ, ਹਾਲਾਂਕਿ ਇਹ ਗੱਲ ਬਿਲਕੁਲ ਠੀਕ ਹੈ ਵੀ ਵਸ ਵਿੱਚ ਨਹੀਂ ਆਉਂਦਾ, ਥੱਕਿਆ ਹਾਰਿਆ, ਇਹਦੇ ਉੱਤੇ ਸਾਡਾ ਕਾਬੂ ਨਹੀਂ ਚੱਲਦਾ। ਪਰ ਪਿਆਰਿਓ ਜੇਕਰ ਆਪਾਂ ਨੈਗੇਟਿਵ ਵੀ ਸੋਚਦੇ ਰਹੇ ਤੇ ਸਾਨੂੰ ਪਰਮਾਤਮਾ ਦੇ ਦੀਦਾਰ ਇਸ ਜੋਤ ਸਰੂਪੀ ਮਨ ਵਿੱਚੋਂ ਕਦੀ ਹੋਣਾ ਹੀ ਨਹੀਂ। ਸੋ ਇਸ ਕਰਕੇ ਮਹਾਰਾਜ ਕਹਿਣ ਕਿ ਮਨ ਦਾ ਦੂਜਾ ਪਾਸਾ ਇਹ ਵੇ, ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ,
सब मैं चानन होए। गुरु प्यारिओ कोई संसार दा इहो जिहा प्राणी नहीं कि जिहदे अंतर आत्म विच परमेश्वर आप नहीं वसिया। वो साडे अंदर गुरु प्यारिओ वसिया है। पर साध संगत जी किसी दा नट ढिला है ते किसी दा कसिया है। बस ये फर्क है भी है तो परमात्मा साडे अंदर वो वसिया होया है, पर किसी दा नट ढिला है ते किसी दा कसिया होया। गुरु प्यारिओ जदों पूर्ण तौर ते साध संगत जी साडी सुरत परमात्मा दे चरणों विच जुड़दी है, उदों सानू ये पता लगदा है। फिर आपां कहने आ मम्मा मन सो काज है, मन साधे सिद्ध होए। मन ही मन सो कहे कबीरा, मन सब मिलिया ना कोई। तेनू ये लगदा सी कि तेरा वैरी तेरा दुश्मन केवल तेरा मन है, पर जदों परमात्मा तेरे चरणों विच जुड़िया ते मन वर्गा मित्र भी कोई नहीं। गुरु प्यारी साध संगत जी समुची जिहड़ी कायनात है, जो समुचा धर्म है, कोई किसी मुल्क दा मजहब होवे, भावे कोई किसी प्रकार दा धार्मिक ग्रंथ होवे, वो तां लिखे गए ताकि असी मन दी साधना कर सकीए। पर मनुख जिहड़ा बाहरी तौर ते धर्मी अखवाउणा चाहुंदा है, पर मन करके ये जुड़न लई तैयार नहीं। गुरु तेग बहादुर साहब सच्चे पातशाह जी जदों आप जी नूं पता है महाराज जी ने पटना साहब की धरती ते कुछ समा गुजारिया, ते इतिहासकार लिखते ने बंगाल की संगत विचों कुछ संगत गुरु तेग बहादुर साहब महाराज पातशाह जी दे कोल पटने आई। महाराज जी दे चरना ते सीध झुकाया, भेटा धरी, दर्शन कीते, दीदार पाए। उस सारी संगत विचों इतिहासकार लिखते ने एक सिख उन्हें गुरु तेग बहादुर साहब सच्चे पातशाह जी दे सन्मुख हो के बेनती की, महाराज गुरदेव पिता जी। बड़ा सोहना उन्हें सवाल किया, महाराज साडा मन नहीं टिकदा। आपां सारे कहंदे हाँ कि साडा मन नहीं टिकदा, टिकदा भी नहीं है, इहदे विच कोई शक नहीं। भज्जण विच प्यार रहिंदा है, बड़ी दौड़ भज करदा है। मस्कीन जी कहंदे सन संसार तां मिलदा है जेकर आपां दौड़ भज करिए, परमात्मा तां मिलदा है जे आपां टिक जाइए। साध संगत जी महाराज सच्चे पातशाह जी नूं उह सिख ने सवाल किया, गुरदेव पिता जी मैं तुहाडे सामने बेनती करदा हाँ, मन नहीं टिकदा, इहनूं किवें टकाईए, किवें धरीए, इहदी अवस्था ही इहो जी है। ते गुरु पातशाह जी ने ना उत्थे गौड़ी राग दे अंदर एक शब्द उचारिया, ਉਹਦੇ ਵਿੱਚ सारी ਜਿਹੜੀ ਇਹਦੀ ਰਮਸ ਸੀ ਨਾ ਉਹ ਦੱਸੀ। महाराज कहन लगे, भलिया सिखा तू बहुत ही वधिया सवाल किया है। लोग अपने मन उत्ते पर्दा पाते ने, पर तू अपने मन नूं नशर किया है, तू अंदर दी हालत दसी है। असी ते दसन नूं भी तैयार नहीं। असी कहांगे भी मैं ते बहुत जुड़िया, अंदरों जुड़े नहीं। लोकां विच आपां कहने जुड़े आ भाई, असी पाठ करते हाँ, बाणी पढ़ते हाँ, नाम सिमरते हाँ, पर अंदरों कुछ होर ही साडे विच तूफान उठिया रहिंदा है। ते साध संगत जी महाराज कहणगे, भलिओ मन जिहड़ा है ये नहीं टिकदा, पर मैं आप जी नूं एक बेनती करा। महाराज कहण लगे, वेखो मन जिहड़ा है ये तां नहीं टिकदा क्योंकि ये इंद्रियां दे वस विच है। ये जिहड़ियां इंद्रियां ने ये सारियां रसां विच गलतार ने, आपो अपना इन्हां दा रस है, इन्हां दे पिछे साडा मन लगा है। एक थां होवे ते टिक जाए, 10 इंद्रियां राही मन भटकदा है। ते महाराज इनू किवें टकाईए? गुरदेव कहणगे, वेखो भी कोई बंदा छाल मार के सीधा छत दे कोठे ते नहीं चढ़ सकदा। ਉਹਦੇ ਵਾਸਤੇ ਸਾਨੂੰ ਪੌੜੀਆਂ ਦੇ ਸਟੈਪ ਲੈਣੇ ਪੈਂਦੇ ਨੇ।
कोई छाल मार के जमीन तो कोठे दे चढ़ सकता है। उस तरह जे बंदा ये सोच भी रातों रात मन नूर हो जाए, पर यह नहीं हो सकता, मन की साधना करनी पैंदी है। गुरु तेग बहादुर साहब कह लगे इनू तृष्णा करके मन भटकदा है, 10 इंद्रियां दा गुलाम है। ते जदों आपां इन्हां इंद्रियां नूं किसे कार्य लावांगे ना, ते उदों मन जेड़ा है सीधे रस्ते ते आउणा शुरू हो जाता है। ते वो सिख पुछदा है, महाराज फिर आपां इन्हां इंद्रियां नूं किवें कार्य लाइए? ते गुरु तेग बहादुर साहब कह लगे, गुरु अमरदास साहब ने दस्सिया बाणी दे अंदर, गुरु अमरदास महाराज सानू कह गए, ए शरबनो मेरियो साचै सुनने नो पठाए, साचै सुनने नो पठाए, शरीर लाए सुनो सत बाणी। गुरु अमरदास महाराज कहते ने, भाई जे परमात्मा ने तेनू श्रोत दिती है, जे परमात्मा ने तेनू 2 कंन दिते ने, ते इहदा भाव ये नहीं तू निंदिया दा रस लवे। इन्हां दा प्रयोजन ये सी परमात्मा दी बाणी, रब दी सिफत इन्हां कन्नां विच पई। भाव ये इंद्री नूं किसे पासे लाउणा, चंगे पासे इनू टोरना, ते नेत्रां दी गल कीती। ते गुरु तेग बहादुर साहब कह लगे, गुरु अमरदास जी ने कहा सी कि ए नेत्रो मेरियो, हर तुम मैं जोत धरी, हर बिन अबर ना देखो कोई, तेनू सारे पासे केवल परमात्मा दिसे। इन्हां नेत्रां नूं पर तरे रूप ना पेखी, इन्हां नेत्रां दे नाल केवल तू अल्लाह ताला नूं वाहिगुरू नूं सारियां विचों वेखना भाई। फिर महाराज सच्चे पातशाह जी कह लगे, जे आपां शरीर की गल करिए ते गुरु अमरदास साहब ने क्या सी भलियो भी ये शरीरा मेरिया, इस जग में आए कै, क्या तुद कर्म कमाया के कर्म कमाया तुद शरीरा, जा तुद जग में आया। गुरु तेग बहादुर साहब कह लगे कि गुरु अमरदास जी ने सानू ये समझाया भी इन्हां अंगां दी इंद्रियां दी वरतों कदों अते किथे करनी है। जदों एक एक इंद्री सीधे पासे लग जाएगी ना, हुण आपां वेखो सुखमनी साहब जी दा पाठ कीता ते गुरु अर्जन देव महाराज कह लगे, इंद्री जित पंच दोख ते रहत, कि इन्हां इंद्रियां नूं जितने फिर मन जित्या जा सकता है। ते गुरु तेग बहादुर साहब कह लगे, भाई जदों मन जेड़ा तृष्णा दे वस विच पै जे, फिर साडी मत दा जोर नहीं चलदा, साडे अंदर क्रोध पैदा हुंदा है, साडे अंदर विषय विकार पैदा हुंदे ने। पर हाँ, जे तू परमात्मा दे चरनां विच बेनती करे ना सच्चे दिलों, ते उदों सच जानी तेरा मन परमात्मा दी कृपा नाल टिक जाएगा। जे तू ये सोचें भी कर्मा करके तेरी मेहनत करके टिकेगा, ये नहीं हो सकता। मन उदों टिकदा है जदों परमात्मा तुसी कृपा करदे हो। ये बड़ी मैं बेनती करदियां वेखो, महाराज ने भगत नामदेव जी ने कहा कि अमृत बाणी कढ़ते उचरो, आत्म को समझाओ। ये बाणी क्यों आई संसार दे उत्ते? ये बाणी इस करके आई बंदा समझ सके, इहदे तो कुछ सिक्ख्या लै सके, कुछ धारण कर सके। अमृत बाणी कढ़ते उचरो, आत्म को समझावो। भगत नामदेव जी कह लगे भी आत्मा नूं समझाउणा सी, इहदे अर्थां नूं विचारना सी। एक सिख ने भी सवाल किया, कह लगे गुरु तेग बहादुर साहब महाराज सच्चे पातशाह जी कि साडा मन जिहड़ा है जदों आपां बाणी पढ़दे हां ते इहदे अर्थां विच भिजदा नहीं, साडा चित नहीं करदा भी आपां बाणी दे अर्थां नूं समझीए, ते इहदा कारण की है? ते गुरु तेग बहादुर साहब जी कह लगे इहदा कारण इह वे, मनुख जिहड़ा है अंदर खाते यही चाहुंदा है भी अंधकार ही चंगा है, प्रकाश नहीं चाहिदा। बाहरों असीं चाहुंदे हां प्रकाश, पर अंतर आत्मा की गल करिए तो आपां ही कहने भी ना ही सानूं कुछ पता लगे ते ना स्यापा पए।
ਅਸੀਂ ਇਹ ਸੋਚਦੇ ਹਾਂ ਵੀ ਚਿੱਤ ਜਿਹੜਾ ਮਾਇਆ ਵਿੱਚ ਜੁੜਿਆ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿਣਗੇ ਸੁਰਤ ਜਿਹੜੀ ਹੈ ਪਦਾਈ ਇਸਤਰੀ ਵਿੱਚ ਜੁੜੀ ਹੈ। ਇਸ ਕਰਕੇ ਸਾਡਾ ਮਨ ਗੁਰਬਾਣੀ ਦੇ ਅਰਥਾਂ ਵਿੱਚ ਨਹੀਂ ਜੁੜਦਾ। ਸਤਿਗੁਰੂ ਮਹਾਰਾਜ ਜੀ ਨੇ ਉੱਥੇ ਗੌੜੀ ਰਾਗ ਦਾ ਜਿਹੜਾ ਸ਼ਬਦ ਉਚਾਰਿਆ ਨਾ ਉਹਦੇ ਅਰਥ ਬੜੇ ਪਿਆਰੇ ਨੇ। ਮਹਾਰਾਜ ਕਹਿਣ ਲੱਗੇ, ਹੇ ਭਾਈ ਸਾਧੋ ਇਹ ਮਨ ਕਹਿਓ ਨਾ ਜਾਈ। ਕਹਿਓ ਦਾ ਅਰਥ ਹੁੰਦਾ ਹੈ ਵਸ ਵਿੱਚ ਕਰਨਾ, ਪਕੜਨਾ। ਜਿਸ ਪ੍ਰਕਾਰ ਵੀ ਪਾਦਾ ਹੱਥ ਵਿੱਚ ਫੜਿਆ ਨਹੀਂ ਨਾ ਜਾ ਸਕਦਾ, ਉਸੇ ਤਰ੍ਹਾਂ ਮਨ ਕਾਬੂ ਨਹੀਂ ਕੀਤਾ ਜਾ ਸਕਦਾ, ਇਹ ਫਿਸਲ ਜਾਂਦਾ। ਇਹਦੇ ਲਈ ਅਰਦਾਸ ਕਰਨੀ ਚਾਹੀਦੀ ਹੈ। ਇਹ ਕੇਵਲ ਤਾਂ ਟਿਕਦਾ ਹੈ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿਣਗੇ ਸਾਧੋ ਇਹ ਮਨ ਕਹਿਓ ਨਾ ਜਾਈ। ਕਿਉਂ ਨਹੀਂ ਇਹ ਬਸ ਵਿੱਚ ਆਉਂਦਾ, ਕਿਉਂ ਭੱਜਦਾ, ਕਿਉਂ ਪਕੜਿਆ ਨਹੀਂ ਜਾਂਦਾ? ਤੇ ਅੱਗੇ ਮਹਾਰਾਜ ਕਹਿਣ ਲੱਗੇ ਚੰਚਲ ਤ੍ਰਿਸ਼ਨਾ ਸੰਗ ਬਸਤ ਹੈ ਜਾਂ ਤੇ ਬਥਿਰ ਨਾ ਰਹਾਈ। ਵੀ ਅੰਦਰ ਤ੍ਰਿਸ਼ਨਾ ਵਸੀ ਹੋਈ ਹੈ ਇਹਦੇ ਅੰਦਰ, ਇਸ ਕਰਕੇ ਭਾਈ ਇਹ ਕਿਸੇ ਦਾ ਵੀ ਮਨ ਵਸ ਵਿੱਚ ਨਹੀਂ ਆਉਂਦਾ। ਇਹਦੇ ਬਾਰੇ ਤੇ ਨਿਮਰਤਾ ਹੀ ਚਾਹੀਦੀ ਹੈ, ਦਾਵਾ ਨਹੀਂ ਕਰਨਾ ਚਾਹੀਦਾ। ਭਰਤਰੀ ਨੇ ਦਾਵਾ ਕੀਤਾ ਮੈਂ ਸੰਸਾਰ ਦਾ ਤਿਆਗ ਕਰਕੇ ਟੁਰਿਆ, ਪਰ ਕੀ ਹੋਇਆ? ਮਨ ਦਾ ਦਾਵਾ ਕੌਣ ਕਰ ਸਕਦਾ ਹੈ? ਰਸਤੇ ਵਿੱਚ ਭਾਈ ਸਾਹਿਬ ਸੁਣਾਉਂਦੇ ਵੀ ਨੇ ਕਥਾ ਵਿੱਚ, ਜਦੋਂ ਵੀ ਰਾਤ ਦੇ ਚੰਦਰਮਾ ਦੀ ਚਾਨਣੀ ਵਿੱਚ ਉਹਨੂੰ ਇਹ ਲੱਗਾ ਵੀ ਲਾਲ ਪਿਆ ਏ, ਪਰ ਪਿਆਰਿਓ ਉਹਨੇ ਲਾਲ ਦੇ ਭੁਲੇਖੇ ਵਿੱਚ ਥੁੱਕ ਨੂੰ ਹੱਥ ਪਾ ਲਿਆ। ਉਹਦੇ ਕਿਸੇ ਬਾਣ ਕਾ ਕੇ ਤੁਕਿਆ ਸੀ। ਉਦੋਂ ਭਰਤਰੀ ਕਹਿਣ ਲੱਗਾ ਮੈਂ ਤੇ ਇਹ ਸੋਚਦਾ ਸਾਂ ਵੀ ਮੈਂ ਸੰਸਾਰ ਦਾ ਤਿਆਗ ਕਰ ਦਿੱਤਾ, ਸੰਨਿਆਸੀ ਹੋ ਗਿਆ, ਪਰ ਅਜੇ ਮਨ ਉੱਤੇ ਮੇਰਾ ਕੰਟਰੋਲ ਨਹੀਂ। ਮੈਂ ਲਾਲਚ ਵਿੱਚ ਆ ਕੇ ਲੋਕਾਂ ਦੀ ਥੁੱਕ ਵਿੱਚ ਹੱਥ ਪਾ ਲਿਆ। ਸੋ ਇਸ ਕਰਕੇ ਇਹਨੂੰ ਵਸ ਵਿੱਚ ਕਰਨਾ ਬਹੁਤ ਮੁਸ਼ਕਲ ਹੈ। ਮਹਾਰਾਜ ਕਹਿਣ ਲੱਗੇ ਮਾਈ ਮਨ ਮੇਰੋ ਬਸ ਨਾਹੀਂ। ਇਹ ਵੀ ਸ਼ਬਦ ਕਹੇ ਮਹਾਰਾਜ ਕਹਿੰਦੇ ਨੇ ਸਾਧੋ ਇਹ ਮਨ ਕਹਿਓ ਨਾ ਜਾਈ। ਚੰਚਲ ਤ੍ਰਿਸ਼ਨਾ ਸੰਗ ਬਸਤ ਹੈ ਤਾਦੇ ਥਿਰ ਨਾ ਰਹਾਈ। ਕਠਨ ਕ੍ਰੋਧ ਘਟ ਹੀ ਕਿਰਪੀਤਰ ਜੇ ਸੁਧ ਸਭ ਬਿਸਰਾਈ। ਰਤਨ ਗਿਆਨ ਸਭ ਕੋ ਹਿਰਦੀਨਾ ਤਾਸਿਓ ਕਛ ਨਾ ਬਸਾਈ। ਮਹਾਰਾਜ ਕਹਿਣ ਲੱਗੇ ਪਿਆਰਿਓ ਫਿਰ ਅੰਤ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੋਗੀ ਜਤਨ ਕਰਤ ਸਭ ਹਾਰੇ ਗੁਣੀ ਰਹੇ ਗੁਣ ਗਾਈ। ਬੜੇ ਬੜੇ ਜੋਗੀਆਂ ਨੇ ਸਾਧਨਾ ਕੀਤੀ, ਬੜੇ ਤਪ ਸਾਧੇ, ਬਹੁਤ ਭਗਤੀ ਵੀ ਕੀਤੀ, ਸਾਧਨਾ ਕਰ ਕਰਕੇ ਵੀ ਮਨ ਟਿਕਿਆ ਨਹੀਂ। ਬੜੇ ਬੜੇ ਗੁਣੀ ਲੋਕ ਉਹਦੇ ਗੁਣ ਗਾਦੇ ਨੇ, ਪਰ ਸਾਧ ਸੰਗਤ ਜੀ ਫਿਰ ਵੀ ਬੰਦਾ ਭਟਕ ਹੀ ਜਾਂਦਾ ਹੈ। ਮੈਂ ਜੇਕਰ ਆਪ ਜੀ ਦੇ ਨਾਲ ਇੱਕ ਗੱਲ ਸਾਂਝੀ ਕਰਾਂ, ਵੇਖੋ ਪ੍ਰਿੰਸੀਪਲ ਗੰਗਾ ਸਿੰਘ ਜੀ ਬਹੁਤ ਵੱਡੇ ਵਿਦਵਾਨ ਸਨ ਸਿੱਖ ਧਰਮ ਦੇ ਅੰਦਰ। ਗਿਆਨੀ ਮਸਕੀਨ ਸਿੰਘ ਜੀ ਉਹਨਾਂ ਬਾਰੇ ਲਿਖਦੇ ਨੇ ਵੀ ਜਦੋਂ ਉਹ 9ਵੀਂ ਪਾਤਸ਼ਾਹੀ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦਿੱਲੀ ਕਥਾ ਕਰਦੇ ਸਨ ਤੇ ਫਾਰਸੀ ਇਹੋ ਜੀ ਬੋਲਦੇ ਸਨ ਕਿ ਉੱਥੋਂ ਦੇ ਮੁਸਲਮਾਨ ਵੀ ਆ ਕੇ ਉਹਨਾਂ ਦੀ ਕਥਾ ਸੁਣਦੇ ਸਨ। ਇੱਕ ਦੋ ਕੁ ਤੇ 15 ਦਿਨ ਵਿਚਾਰ ਕਰਦੇ ਸਨ। ਮਸਕੀਨ ਜੀ ਨੇ ਕਿਹਾ ਜਦੋਂ ਮੈਂ ਉਹਨਾਂ ਦੀ ਕਥਾ ਸੁਣੀ ਤੇ ਮੇਰੇ ਮੁਖੋਂ ਇੱਕੋ ਗੱਲ ਨਿਕਲੀ, ਉਹ ਇਹ ਸੀ ਵੀ ਐਡਾ ਵੱਡਾ ਵਿਦਵਾਨ ਪੜ੍ਹ ਕੇ ਨਹੀਂ ਕੋਈ ਬਣ ਸਕਦਾ, ਜ਼ਰੂਰ ਇਹਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਵਰਤ ਰਹੀ। ਇੰਨਾ ਵੱਡਾ ਗਿਆਨੀ ਸਾਡੇ ਧਰਮ ਦੇ ਅੰਦਰ, ਪਰ ਵੇਖੋ ਕੁੜਾਹੇ ਤੇ ਉਹ ਵੀ ਪੈ ਗਏ ਨਾ। ਉਹ ਗੱਲ ਵੱਖਰੀ ਕਿ ਰੱਬੀ ਪਿਆਰਿਆਂ ਦੇ ਸੰਪਰਕ ਵਿੱਚ ਆ ਕੇ ਫਿਰ ਸਿੱਧੇ ਰਾਹ ਤੇ ਆ ਗਏ। ਸੋ ਕਹਿਣ ਤੋਂ ਭਾਵ ਹੈ ਵੀ ਜੋਗੀ ਜਤਨ ਕਰਤ ਸਭ ਹਾਰੇ ਗੁਣੀ ਰਹੇ ਗੁਣ ਗਾਈ। ਜਨ ਨਾਨਕ ਹਰ ਭਏ ਦਿਆਲਾ ਤੋ ਸਭ ਵੇਦ ਬਣ ਆਈ। ਗੁਰੂ ਤੇਗ ਬਹਾਦਰ ਸਾਹਿਬ ਕਹਿਣ ਕਿ ਭਲਿਆ ਸਿੱਖਾ, ਜਦੋਂ ਪ੍ਰਮਾਤਮਾ ਕਿਰਪਾ ਕਰਦਾ ਹੈ, ਮਿਹਰ ਕਰਦਾ ਹੈ, ਉਦੋਂ ਹਾਲਤ ਚੰਗੀ ਹੋ ਜਾਂਦੀ ਏ। ਮਨ ਇਹ ਤਾਂ ਬਸ ਵਿੱਚ ਆਉਂਦਾ ਜੇ ਗੁਰੂ ਨਾਨਕ ਸਾਹਿਬ ਨੇ ਤੇਰੀ ਬਾਂਹ ਫੜ ਲਈ। ਸੋ ਇਸ ਕਰਕੇ ਪਿਆਰਿਓ ਵੀ ਜੋ ਕੁਝ ਵੀ ਆਪਾਂ ਸਾਧਨਾ ਕਰਦੇ ਹਾਂ ਇਹ ਸਾਰੀ ਮਨ ਦੀ ਸਾਧਨਾ ਹੈ।
ਇਹਨੂੰ ਕੋਈ ਬਿਰਲਾ ਹੀ ਸਮਝਦਾ ਹੈ। ਕੋਈ ਸੰਸਾਰ ਦੇ ਉੱਤੇ ਕਰੋੜਾਂ ਵਿੱਚੋਂ ਇੱਕ ਅੱਧਾ ਗਿਆਨੀ ਇਸ ਗੱਲ ਨੂੰ ਸਮਝਦਾ ਹੈ। ਵੇਖੋ ਸੁਕਰਾਤ ਜਿਹੜਾ ਸੀ ਨਾ, ਬਹੁਤ ਵੱਡਾ ਫਿਲਾਸਫਰ ਹੈ, ਦਾਰਸ਼ਨਿਕ ਹੋਇਆ। ਤੇ ਸਾਧ ਸੰਗਤ ਜੀ, ਉਹਦੀ ਪਤਨੀ ਨਾ ਉਹਦੇ ਨਾਲ ਬੜਾ ਝਗੜਾ ਕਰਦੀ ਸੀ। ਨਿੱਤ ਦਾ ਕਲੇਸ਼, ਨਿੱਤ ਦਾ ਦੁੱਖ, ਨਿੱਤ ਦਾ ਝਗੜਾ। ਤੇ ਕਿਸੇ ਨੇ ਕਿਹਾ, ਸੁਕਰਾਤ ਤੂੰ ਏਡਾ ਸਮਝਦਾਰ, ਵੀ ਇੰਨਾ ਸਿਆਣਾ, ਇੰਨਾ ਸੂਝਵਾਨ, ਇੰਨਾ ਗਿਆਨੀ, ਤੇਰੀ ਪਤਨੀ ਤੇਰੇ ਨਾਲ ਬੜਾ ਝਗੜਾ ਕਰਦੀ, ਤੈਨੂੰ ਗੁੱਸਾ ਨਹੀਂ ਆਉਂਦਾ? ਉਹ ਕਹਿਣ ਲੱਗਾ ਵੀ ਮੈਂ ਇਹ ਸੋਚਦਾ ਹਾਂ ਪਰਮਾਤਮਾ ਮੇਰੇ ਸਬਰ ਦੀ ਉੱਪਰ ਕਰ ਰਿਹਾ, ਇਹ ਲੜਦੀ ਹੈ ਲੜੀ ਜਾਵੇ, ਪਰ ਮੈਂ ਤੇ ਇਹ ਵਿਚਾਰਿਆ ਵੀ ਮੈਂ ਇਹਦੇ ਵਿੱਚੋਂ, ਇਹਦੇ ਝਗੜੇ ਵਿੱਚੋਂ ਕ੍ਰੋਧ ਨੂੰ ਦੱਬਣ ਦਾ ਬਲ ਸਿੱਖਣਾ। ਉਹ ਸੁਕਰਾਤ ਐਡਾ ਗਿਆਨੀ, ਵੇਖੋ, ਕਿਉਂਕਿ ਆਪਾਂ ਸਾਨੂੰ ਬੜੀ ਛੇਤੀ ਕ੍ਰੋਧ ਆਉਂਦਾ, ਆਪਾਂ ਕਰ ਵੀ ਬਹਿੰਦੇ ਹਾਂ। ਪਰ ਜਿਹੜੇ ਰੱਬ ਦੇ ਪਿਆਰੇ ਨੇ ਸਾਧ ਸੰਗਤ ਜੀ, ਉਹ ਮਨ ਨੂੰ ਅੰਤਰ ਆਤਮੇ ਵਿਚਾਰਦੇ ਰਹਿੰਦੇ ਨੇ, ਉਹਨਾਂ ਦਾ ਮਿੱਤਰ ਹੀ ਮਨ ਨੇ। ਉਹ ਬਾਹਰੋਂ ਯਾਰ ਦੋਸਤ ਨਹੀਂ ਬਣਾਉਂਦੇ, ਉਹ ਤੇ ਮਿੱਤਰ ਹੀ ਮਨ ਨੂੰ ਬਣਾਉਂਦੇ ਨੇ। ਸੋ ਇਸ ਕਰਕੇ ਮਹਾਰਾਜ ਕਹਿਣ ਲੱਗੇ ਵੀ ਭਾਈ, ਜਨ ਨਾਨਕ ਹਰ ਭਏ ਦਿਆਲਾ ਤੋਂ ਸਭ ਵੇਦ ਬਣ ਆਈ। ਜਦੋਂ ਪਰਮਾਤਮਾ ਕਿਰਪਾ ਕਰਦੇ, ਕੋਟਾਂ ਵਿੱਚੋਂ ਕੋਈ ਇੱਕ ਅੱਧਾ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਇਸ ਮਨ ਨੂੰ ਪਰਮਾਤਮਾ ਦਾ ਜੋਤ ਸਰੂਪ ਬਣਾ ਕੇ ਉਹਦੇ ਵਿੱਚ ਜੁੜਿਆ ਰਹਿੰਦਾ ਹੈ। ਗੁਰੂ ਕਿਰਪਾ ਕਰੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਵਿਚਾਰਾਂ ਕਰਦਿਆਂ ਦਾਸ ਪਾਸੋਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਗੁਰੂ ਸਾਹਿਬ ਆਪ ਸੰਗਤ ਨੂੰ, ਪਰਿਵਾਰ ਨੂੰ ਚੜ੍ਹਦੀ ਕਲਾ ਦੀਆਂ ਦਾਤਾਂ ਬਖਸ਼ਿਸ਼ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।